D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਸੁਖਵੀਰ ਸਿੰਘ ਪੰਜਾਬ ਬੁਲਟਨ ਲੈ ਕੇ ਹਾਜ਼ਰ ਹਾਂ। ਪਹਿਲਾਂ ਨਿਗਾਹ ਮਾਰਦੇ ਹਾਂ ਸੁਰਖੀਆਂ ਤੇ। ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਾਤਾ ਹੀਰਾਬੇਨ ਦਾ ਹੋਇਆ ਦੇਹਾਂਤ। ਕਾਫੀ ਲੰਮੇ ਸਮੇਂ ਤੋਂ ਹੀਰਾਬੇਨ ਸੀ ਬਿਮਾਰ। ਭਾਰਤ ਜੋੜੋ ਯਾਤਰਾ ਨੂੰ ਪੰਜਾਬ ਅੰਦਰ ਆਉਣ ਤੋਂ ਪਹਿਲਾਂ ਇੱਕ ਵੱਡਾ ਝਟਕਾ ਲੱਗਿਆ ਹੈ। ਕਾਂਗਰਸ ਦੇ ਸੀਨੀਅਰ ਆਗੂ ਪਰਮਜੀਤ ਸਿੰਘ ਆਪਣੇ ਸਾਥੀਆਂ ਦੇ ਸਮੇਤ ਬੀਜੇਪੀ ਦੇ ਵਿੱਚ ਸ਼ਾਮਲ ਹੋ ਗਏ ਨੇ। ਵਿਵਾਦਾਂ ਦੇ ਵਿੱਚ ਘਿਰੇ ਹਰਿਆਣਾ ਦੇ ਸਿਹਤ ਮੰਤਰੀ ਸੰਦੀਪ ਸਿੰਘ ਔਰਤ ਨੇ ਛੇੜਛਾੜ ਦੇ ਲਗਾਏ ਇਲਜ਼ਾਮ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਬਿਹਾਰ ਪਹੁੰਚੇ ਨੇ। ਉੱਥੇ ਉਹਨਾਂ ਨੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੇ ਨਾਲ ਮੁਲਾਕਾਤ ਕੀਤੀ ਹੈ ਤੇ ਕਈ ਤਰ੍ਹਾਂ ਦੇ ਮੁੱਦਿਆਂ ਤੇ ਚਰਚਾ ਵੀ ਕੀਤੀ ਹੈ। ਹੁਣ ਖਬਰਾਂ ਵਿਸਥਾਰ ਦੇ ਨਾਲ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਾਤਾ ਹੀਰਾਬੇਨ ਦਾ ਅੱਜ ਦੇਹਾਂਤ ਹੋ ਗਿਆ। ਤੁਹਾਨੂੰ ਦੱਸ ਦਈਏ ਕਿ ਉਹਨਾਂ ਨੇ ਆਖਰੀ ਸਾਹ ਅਹਿਮਦਾਬਾਦ ਦੇ ਹਸਪਤਾਲ ਦੇ ਵਿੱਚ ਲਏ ਨੇ, ਜਿਨ੍ਹਾਂ ਦਾ ਸੰਸਕਾਰ ਜਿਹੜਾ ਉਹ ਗਾਂਧੀ ਨਗਰ ਦੇ ਵਿੱਚ ਅੱਜ ਸਵੇਰੇ ਕੀਤਾ ਗਿਆ। ਹੀਰਾਬੇਨ ਨੂੰ ਜਿਹੜੀ ਅਗਨੀ ਭੇਂਟ ਆ ਉਹ ਉਹਨਾਂ ਦੇ ਵੱਡੇ ਭਾਈ ਸੋਮ ਭਾਈ ਦੇ ਵੱਲੋਂ ਕੀਤੀ ਗਈ ਹੈ। ਤੁਹਾਨੂੰ ਦੱਸ ਦਈਏ ਕਿ ਬੁੱਧਵਾਰ ਨੂੰ ਅਚਾਨਕ ਤਬੀਅਤ ਖਰਾਬ ਹੋਣ ਦੇ ਕਾਰਨ ਉਹਨਾਂ ਨੂੰ ਹਸਪਤਾਲ ਦੇ ਵਿੱਚ ਜਿਹੜਾ ਉਹ ਭਰਤੀ ਕਰਵਾਇਆ ਗਿਆ ਸੀ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਾਤਾ ਹੀਰਾਬੇਨ ਦਾ ਅਹਿਮਦਾਬਾਦ ਦੇ ਇੱਕ ਹਸਪਤਾਲ ਦੇ ਵਿੱਚ ਦੇਹਾਂਤ ਹੋ ਗਿਆ। 100 ਸਾਲਾਂ ਦੀ ਉਮਰ ਵਿੱਚ ਮਾਂ ਹੀਰਾਬੇਨ ਨੇ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਾਂ ਹੀਰਾਬੇਨ ਮੋਦੀ ਦਾ ਅੰਤਿਮ ਸੰਸਕਾਰ ਅੱਜ ਸਵੇਰੇ ਹੀ ਗਾਂਧੀ ਨਗਰ ਦੇ ਸ਼ਮਸ਼ਾਨ ਘਾਟ ਦੇ ਵਿੱਚ ਕਰ ਦਿੱਤਾ ਗਿਆ। ਨਰਿੰਦਰ ਮੋਦੀ ਅਤੇ ਉਹਨਾਂ ਦੇ ਵੱਡੇ ਭਰਾ ਸੋਮਾ ਭਾਈ ਨੇ ਹੀਰਾਬੇਨ ਦੀ ਮ੍ਰਿਤਕ ਦੇਹ ਨੂੰ ਅਗਨੀ ਦਿੱਤੀ। ਇੱਥੇ ਦੱਸ ਦਈਏ ਕਿ ਬੁੱਧਵਾਰ ਨੂੰ ਤਬੀਅਤ ਖਰਾਬ ਹੋਣ ਕਾਰਨ ਉਹਨਾਂ ਨੂੰ ਅਹਿਮਦਾਬਾਦ ਦੇ UN ਮਹਿਤਾ ਇੰਸਟੀਚਿਊਟ ਆਫ ਕਾਰਡੀਓਲੋਜੀ ਐਂਡ ਰਿਸਰਚ ਸੈਂਟਰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਸੀ। ਹਾਲਾਂਕਿ ਹਸਪਤਾਲ ਨੇ ਬਿਆਨ ਜਾਰੀ ਕਰਕੇ ਕਿਹਾ ਸੀ ਕਿ ਪ੍ਰਧਾਨ ਮੰਤਰੀ ਦੀ ਮਾਤਾ ਦੀ ਹਾਲਤ ਸਥਿਰ ਹੈ, ਪਰ ਅੱਜ ਉਹਨਾਂ ਨੇ ਸਵੇਰੇ ਇਸ ਫਾਨੀ ਦੁਨੀਆ ਨੂੰ ਅਲਵਿਦਾ ਆਖ ਦਿੱਤਾ ਹੈ। ਆਪਣੀ ਮਾਂ ਦੇ ਦੇਹਾਂਤ ਤੇ ਦੁੱਖ ਜ਼ਾਹਰ ਕਰਦੇ ਹੋਏ PM ਮੋਦੀ ਨੇ ਲਿਖਿਆ, ਇੱਕ ਸ਼ਾਨਦਾਰ ਸਦੀ ਪ੍ਰਮਾਤਮਾ ਦੇ ਚਰਨਾਂ ਵਿੱਚ ਨਿਵਾਸ, ਸ਼ਾਨਦਾਰ ਸਦੀ ਦਾ ਪ੍ਰਮਾਤਮਾ ਦੇ ਚਰਨਾਂ ਵਿੱਚ ਵਿਰਾਮ। ਮੈਂ ਮਾਂ ਵਿੱਚ ਹਮੇਸ਼ਾ ਉਸ ਤ੍ਰਿਮੂਰਤੀ ਨੂੰ ਮਹਿਸੂਸ ਕੀਤਾ ਹੈ ਜਿਸ ਵਿੱਚ ਇੱਕ ਤਪਸਵੀ ਦੀ ਯਾਤਰਾ, ਇੱਕ ਨਿਸਵਾਰਥ ਕਰਮ ਯੋਗੀ ਦਾ ਪ੍ਰਤੀਕ ਅਤੇ ਕਦਰਾਂ ਕੀਮਤਾਂ ਦੇ ਪ੍ਰਤੀ ਵਚਨਬੱਧ ਜੀਵਨ ਸ਼ਾਮਿਲ ਹੈ। ਇਸ ਦੇ ਨਾਲ ਹੀ ਉਹਨਾਂ ਨੇ ਇੱਕ ਹੋਰ ਟਵੀਟ ਕੀਤਾ, ਜਦੋਂ ਮੈਂ ਉਹਨਾਂ ਦੇ 100ਵੇਂ ਜਨਮ ਦਿਨ ਤੇ ਉਹਨਾਂ ਨੂੰ ਮਿਲਿਆ ਤਾਂ ਉਹਨਾਂ ਨੇ ਇੱਕ ਗੱਲ ਕਹੀ ਜੋ ਹਮੇਸ਼ਾ ਯਾਦ ਰਹਿੰਦੀ ਹੈ ਕਿ ਕੰਮ ਕਰੋ ਬੁੱਧੀ ਨਾਲ ਅਤੇ ਜੀਵਨ ਜੀਓ ਸ਼ੁੱਧੀ ਨਾਲ। ਇੱਥੇ ਦੱਸ ਦਈਏ ਕਿ ਹੀਰਾਬੇਨ ਗਾਂਧੀ ਨਗਰ ਸ਼ਹਿਰ ਦੇ ਨੇੜੇ ਰਾਇਸਾਨ ਪਿੰਡ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਛੋਟੇ ਭਰਾ ਪੰਕਜ ਮੋਦੀ ਨਾਲ ਰਹਿੰਦੀ ਸੀ। ਉਹਨਾਂ ਨੂੰ ਹੀਰਾ ਬਾ ਵੀ ਕਿਹਾ ਜਾਂਦਾ ਹੈ। ਪ੍ਰਧਾਨ ਮੰਤਰੀ ਜਦੋਂ ਵੀ ਗੁਜਰਾਤ ਜਾਂਦੇ ਸਨ ਤਾਂ ਉਹ ਰਾਇਸਨ ਦੇ ਵਿੱਚ ਜਾ ਕੇ ਆਪਣੀ ਮਾਂ ਨੂੰ ਜ਼ਰੂਰ ਮਿਲਦੇ ਸਨ। PM ਮੋਦੀ ਅਕਸਰ ਹੀ ਆਪਣੀ ਮਾਂ ਨਾਲ ਆਪਣੇ ਰਿਸ਼ਤੇ ਬਾਰੇ ਗੱਲ ਕਰਦੇ ਨੇ ਅਤੇ ਮਾਂ ਦੀ ਤਬੀਅਤ ਖਰਾਬ ਹੋਣ ਤੇ ਉਹ ਉਹਨਾਂ ਨੂੰ ਮਿਲਣ ਹਸਪਤਾਲ ਵੀ ਪਹੁੰਚੇ ਸਨ। ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਕੇ PM ਮੋਦੀ ਦੀ ਮਾਤਾ ਦੇ ਦੇਹਾਂਤ ਤੇ ਦੁੱਖ ਸਾਂਝਾ ਕੀਤਾ ਅਤੇ ਹੋਰ ਵੀ ਕਈ ਵੱਡੇ ਲੀਡਰਾਂ ਵੱਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੇ ਵੱਲੋਂ ਭਾਰਤ ਜੋੜੋ ਯਾਤਰਾ ਕੱਢੀ ਗਈ ਹੈ। ਪੰਜਾਬ ਆਉਣ ਤੋਂ ਪਹਿਲਾਂ ਉਹਨਾਂ ਨੂੰ ਇੱਕ ਵੱਡਾ ਝਟਕਾ ਲੱਗਾ ਹੈ। ਅੰਮ੍ਰਿਤਸਰ ਤੋਂ ਆਗੂ ਪਰਮਜੀਤ ਸਿੰਘ ਬੱਤਰਾ ਆਪਣੇ ਕੁਝ ਸਾਥੀਆਂ ਦੇ ਸਮੇਤ ਜਿਹੜਾ BJP ਦੇ ਵਿੱਚ ਸ਼ਾਮਲ ਹੋ ਗਏ ਨੇ। ਤੁਹਾਨੂੰ ਦੱਸ ਦਈਏ ਕਿ BJP 'ਚ ਸ਼ਾਮਲ ਹੋਣ ਤੇ ਉਹਨਾਂ ਦਾ ਅਸ਼ਵਨੀ ਸ਼ਰਮਾ ਦੇ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ, ਜੋ ਕਿ BJP ਪੰਜਾਬ ਦੇ ਪ੍ਰਧਾਨ ਨੇ। ਤੁਹਾਨੂੰ ਦੱਸ ਦਈਏ ਕਿ ਇਸ ਤਰ੍ਹਾਂ BJP ਦੇ ਵਿੱਚ ਕਾਂਗਰਸ ਦੇ ਕੁਝ ਆਗੂਆਂ ਦਾ ਜਾਣਾ ਕਾਂਗਰਸ ਦੇ ਲਈ 2022 ਦੇ ਲਈ ਵੱਡੀ ਚੁਣੌਤੀ ਬਣ ਸਕਦਾ ਹੈ। ਅੰਮ੍ਰਿਤਸਰ ਦੇ ਵਿੱਚ ਕਾਂਗਰਸ ਨੂੰ ਉਸ ਸਮੇਂ ਵੱਡਾ ਝਟਕਾ ਲੱਗਿਆ ਜਦ ਕਾਂਗਰਸ ਦੇ ਸੀਨੀਅਰ ਆਗੂ ਪਰਮਜੀਤ ਸਿੰਘ ਬੱਤਰਾ ਕਾਂਗਰਸ ਛੱਡ ਕੇ ਭਾਜਪਾ ਦੇ ਵਿੱਚ ਸ਼ਾਮਲ ਹੋ ਗਏ। ਉਹਨਾਂ ਨੂੰ ਭਾਜਪਾ ਦੇ ਵਿੱਚ ਸ਼ਾਮਲ ਕਰਨ ਦੇ ਲਈ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਸਮੇਤ ਕੇਂਦਰੀ ਬੋਰਡ ਦੇ ਆਗੂ ਅਤੇ ਡਾਕਟਰ ਰਾਜ ਕੁਮਾਰ ਵੇਰਕਾ ਸਣੇ ਕਈ ਭਾਜਪਾ ਆਗੂ ਪਹੁੰਚੇ। ਇਸ ਮੌਕੇ ਗੱਲਬਾਤ ਕਰਦਿਆਂ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਪੰਜਾਬ ਦੇ ਅੰਦਰ ਲੋਕਾਂ ਵੱਲੋਂ ਭਾਜਪਾ ਨੂੰ ਕਾਫੀ ਪਿਆਰ ਮਿਲ ਰਿਹਾ ਹੈ। ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਬੜੀ ਵੱਡੀ ਲੀਡ ਤੇ ਜਿਤਾਇਆ, ਪਰ ਲੋਕਾਂ ਦੀ ਉਮੀਦ ਤੇ ਆਮ ਆਦਮੀ ਪਾਰਟੀ ਨੇ ਪਾਣੀ ਫੇਰੀ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਲੋਕਾਂ ਵਿੱਚ ਡਰ ਦਾ ਮਾਹੌਲ ਹੈ। ਉਹਨਾਂ ਕਿਹਾ ਕਿ ਲੋਕਾਂ ਨੂੰ ਪਤਾ ਚੱਲ ਗਿਆ ਹੈ ਕਿ ਜੇਕਰ ਪੰਜਾਬ ਨੂੰ ਕੋਈ ਬੁਲੰਦੀਆਂ ਤੇ ਲਿਜਾ ਸਕਦਾ ਹੈ ਉਹ ਸਿਰਫ BJP ਪਾਰਟੀ ਹੈ। देखो, पंजाब के अंदर भारतीय जनता पार्टी परिवार के अंदर सरकार आम आदमी पार्टी दी होए और BJP पहली बार 23 सीटां तो अगे बद रही होए और सरकार बने तो 10 महीने होण, लेकिन BJP परिवार के अंदर कोई महीना ऐसा नहीं है, कोई हफ्ता ऐसा नहीं है बढ़ोतरी ना हो रही होए। ਉਹਦੇ ਪਿੱਛੇ ਕਾਰਨ
ਪੰਜਾਬ ਦੇ ਲੋਕਾਂ ਨੇ ਵਿਕਲਪ ਦੇ ਰੂਪ ਦੇ ਅੰਦਰ ਆਮ ਆਦਮੀ ਪਾਰਟੀ ਦਾ ਜਿਹੜਾ ਚੁਣਾਵ ਕੀਤਾ, ਬੜੀ ਆਸਾਂ ਲਾ ਕੇ ਕੀਤਾ, ਬੜੀਆਂ ਉਮੀਦਾਂ ਨਾਲ ਕੀਤਾ। ਉਹਨਾਂ ਦੀਆਂ ਆਸਾਂ ਉਮੀਦਾਂ ਜਿਹੜੀਆਂ ਇਸ ਸਰਕਾਰ ਨੇ ਚਕਨਾਚੂਰ ਕਰਤੀਆਂ। ਔਰ ਇਹ ਲੋਕਾਂ ਨੇ ਇਹਨਾਂ ਨੂੰ ਵੋਟਾਂ ਨਹੀਂ ਪਾਈਆਂ ਸੀ। ਲੋਕੀ ਰਵਾਇਤੀ ਪਾਰਟੀਆਂ ਤੋਂ ਦੁਖੀ ਸੀ, ਇੱਕ ਵਿਕਲਪ ਲੱਭ ਰਹੇ ਸੀ, ਸਬਸਟੀਟਿਊਟ ਲੱਭ ਰਹੇ ਸੀ। ਉਹਦਾ ਨਤੀਜਾ ਸੀ ਕਿ ਬਈ ਇਹਨਾਂ ਨੂੰ ਤੇ ਰਹਿਣਾ ਹੀ ਰਹਿਣਾ, ਅਕਾਲੀਆਂ ਨੂੰ ਨਹੀਂ ਜਿੱਤਣ ਦੇਣਾ, ਕਾਂਗਰਸ ਨੂੰ ਨਹੀਂ ਜਿੱਤਣ ਦੇਣਾ। ਇਹ ਉਹਦੇ 'ਚ ਇਹਨਾਂ ਦਾ ਦਾਅ ਲੱਗ ਗਿਆ। ਲੇਕਿਨ ਜਿਹੜੇ ਇਹਨਾਂ ਨੇ ਲੋਕਾਂ ਨਾਲ ਵਾਅਦੇ ਕੀਤੇ, ਉਹ ਵਾਅਦੇ ਪੂਰੇ ਨਹੀਂ ਹੋਏ। ਉਹਦਾ परिणाम ਹੈ ਕਿ ਪੰਜਾਬ ਦੇ ਅੰਦਰ ਅੱਜ ਕਾਨੂੰਨ ਵਿਵਸਥਾ ਨਾਂ ਦੀ ਕੋਈ ਚੀਜ਼ ਨਹੀਂ ਹੈ, ਜੰਗਲ ਰਾਜ ਹੈ। ਪੰਜਾਬ ਦੇ ਅੰਦਰ ਭਏ ਦਾ ਵਾਤਾਵਰਣ ਹੈ, ਡਰ ਦਾ ਵਾਤਾਵਰਣ ਹੈ। ਪੰਜਾਬ ਦੀ ਇੰਡਸਟਰੀ, ਕਿਸੇ ਵੀ ਸਟੇਟ ਦੀ ਇਕਨੋਮੀ, ਉਹਦੀ ਇੰਡਸਟਰੀ ਦੇ ਮਜ਼ਬੂਤੀ ਦੇ ਉੱਤੇ ਨਿਰਭਰ ਕਰਦੀ ਹੈ ਔਰ ਲੋਕਾਂ ਦਾ ਰੋਜ਼ਗਾਰ ਵੀ ਉਹ ਮੁਹੱਈਆ ਕਰਾਉਂਦੀ ਹੈ। लेकिन पंजाब के अंदर अज इतना डर का वातावरण है कि इंडस्ट्री यूपी जान प्लान कर रही है। और बहुत सारे जिहड़े पंजाब दे नाल प्यार करने वाले लोग ने, बत्रा जी वर्गे, जिहड़े पंजाब च अमन और शांति चाहते हैं, जिहड़े पंजाब का भाईचारा मजबूत करना चाहते हैं, उन्हां सब नूं ये लगता है कि पंजाब दे नूं इकॉनमी बदहाली तो कोई बाहर कट सकता है। पंजाब नूं अगर विकास की राह ते कोई लैके जा सकता है तो भारतीय जनता पार्टी है, नरेंद्र भाई मोदी की पार्टी। इस करके बत्रा जी का बीजेपी परिवार स्वागत है। पार्टी ऑफिस के अंदर विधिवत रूप च पार्टी का चिन्ह का पटका पा के इन्हां दी ज्वाइनिंग उत्थे होएगी, ज्वाइनिंग होगी। उन्होंने घोषणा करती अपनी। मैं भी बीजेपी परिवार दे मुखिया दे नाते स्वागत करता। इन्हां दे आन दे नाल अमृतसर ही नहीं, इन्हां दी बहुत सारे संबंध पंजाब दे अंदर भी है। बीजेपी परिवार नूं ताकत मिलेगी, बीजेपी मजबूत होएगी। और मैं एक गल होर कहूँगा, राजकुमार वेरका जी बैठे ने, ठेकेदार जी बैठे ने, साडे जिला दे अध्यक्ष मौजूद ने, पार्टी के महामंत्री मौजूद ने। जिसले तुसी पार्टी ज्वाइन होगी ना तुहाडी, हुण मनो जिन्ना अधिकार बीजेपी ते अश्विनी शर्मा का ना, उन्ना ही अधिकार बत्रा जी तुहाडा है। क्या भाई इको ही गल कहनी है, लाइयां ते तोड़ निभाई। बस ये विचार दे नाल, मुहिम दे नाल, पंजाब की बेहतरी लई, पंजाब की तरक्की दे लई अज पंजाब के अंदर बीजेपी नूं मजबूत होना, पंजाबियों की भी जरूरत है कि बीजेपी एक राष्ट्रीय दल मजबूत होए। ਉੱਥੇ ਬੀਜੇਪੀ ਦੇ ਵਿੱਚ ਸ਼ਾਮਲ ਹੋਏ ਪਰਮਜੀਤ ਸਿੰਘ ਬੱਤਰਾ ਨੇ ਕਿਹਾ ਕਿ ਪਾਰਟੀ ਹਾਈ ਕਮਾਨ ਮੇਰੀ ਡਿਊਟੀ ਜਿੱਥੇ ਵੀ ਲਗਾਏਗੀ, ਮੈਂ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਆਪਣੀ ਤਨਦੇਹੀ ਦੇ ਨਾਲ ਉਹ ਸੇਵਾ ਨਿਭਾਵਾਂਗਾ। ਤੁਸੀਂ ਜਿੱਥੇ ਜ਼ਿੰਮੇਵਾਰੀ ਸਾਡੀ ਲਾਓਗੇ, ਅਸੀਂ ਪਾਰਟੀ ਨੂੰ ਮਜ਼ਬੂਤ ਕਰਨ ਵਾਸਤੇ ਹਮੇਸ਼ਾ ਹੀ ਤਤਪਰ ਹਾਜ਼ਰ ਰਵਾਂਗੇ, ਕਿਉਂਕਿ ਸਾਨੂੰ ਇੱਕ ਸ਼ੌਂਕ ਹੈ ਕੰਮ ਕਰਨ ਦਾ ਔਰ ਅਸੀਂ ਹਮੇਸ਼ਾ ਹੀ ਸ਼ੌਂਕ ਨਾਲ ਕੰਮ ਕੀਤਾ ਹੈ। ਜਿੱਥੇ ਵੀ ਕੀਤਾ ਹੈ ਪਾਰਟੀ ਦੇ ਲਈ ਕੀਤਾ ਹੈ ਔਰ ਪਾਰਟੀ ਨੂੰ ਮਜ਼ਬੂਤ ਹੀ ਕੀਤਾ ਹੈ। ਔਰ ਆਉਣ ਵਾਲੇ ਟਾਈਮ ਦੇ ਵਿੱਚ ਤੁਸੀਂ ਜਿੱਥੇ ਵੀ ਸਾਡੀ ਸੇਵਾ ਲਾਓਗੇ, ਅਸੀਂ ਹਮੇਸ਼ਾ ਹੀ ਉੱਥੇ ਹਾਜ਼ਰ ਹੋਵਾਂਗੇ। ਚਾਹੇ ਉਹ ਅੱਗੋਂ ਕੌਂਸਲਰ ਦੀਆਂ ਇਲੈਕਸ਼ਨਾਂ ਆ ਰਹੀਆਂ, ਚਾਹੇ ਅੱਗੋਂ 2024 ਦੇ ਵਿੱਚ MP ਦੀਆਂ ਇਲੈਕਸ਼ਨਾਂ ਆਉਣਗੀਆਂ, ਅਸੀਂ ਉਹਦੇ 'ਚ ਵੀ ਵੱਧ ਚੜ ਕੇ ਕੰਮ ਕਰਾਂਗੇ, ਕਿਉਂਕਿ ਅਸੀਂ ਹੱਥੀਂ ਵਾਰਡ ਵਾਈਜ਼ ਕੰਮ ਮੈਂ ਕੀਤਾ ਖੁਦ, ਬਲਾਕ ਪ੍ਰਧਾਨ ਤੋਂ ਲੈ ਕੇ ਫਿਰ ਮੈਂ ਯੂਥ ਕਾਂਗਰਸ ਦੇ ਵਿੱਚ ਜਨਰਲ ਸੈਕਟਰੀ ਰਿਹਾ, ਪੰਜਾਬ ਦਾ ਕਾਰਜਕਾਰਨੀ ਪ੍ਰਧਾਨ ਰਿਹਾ, ਸ਼ਹਿਰ ਦਾ ਯੂਥ ਕਾਂਗਰਸ ਦਾ ਸੈਕਟਰੀ ਰਿਹਾ, ਪੰਜਾਬ ਦਾ PPCC ਪਾਰਟੀ ਦੇ ਵਿੱਚ। ਬਾਅਦ ਚੋਂ ਮੇਰੀ ਸੇਵਾ ਵੇਖਦੇ ਹੋਏ ਪਾਰਟੀ ਨੇ ਮੈਨੂੰ ਸੀਨੀਅਰ ਵਾਈਸ ਚੇਅਰਮੈਨ ਵੀ ਬਣਾਇਆ, ਕਿਉਂਕਿ ਮੈਂ ਕਦੀ ਕਿਸੇ ਕੋਲ ਮੰਗਿਆ ਨਹੀਂ। ਮੇਰੇ ਕੰਮ ਵੇਖ ਕੇ ਹੀ ਪਾਰਟੀਆਂ ਨੇ ਮੈਨੂੰ ਸੇਵਾ ਦਿੱਤੀ ਤੇ ਹੁਣ ਵੀ ਕੰਮ ਹੀ ਕਰਨਾ, ਵਰਕਰੀ ਕਰਨੀ ਹੈ, ਸੇਵਾ ਕਰਨੀ ਹੈ। ਦੱਸ ਦਈਏ ਕਿ ਰਾਹੁਲ ਗਾਂਧੀ ਵੱਲੋਂ ਕੱਢੀ ਜਾ ਰਹੀ ਭਾਰਤ ਜੋੜੋ ਯਾਤਰਾ ਦਾ ਪੰਜਾਬ ਪਹੁੰਚਣ ਤੋਂ ਪਹਿਲਾਂ ਕਾਂਗਰਸ ਲਈ ਇਹ ਇੱਕ ਵੱਡਾ ਝਟਕਾ ਹੈ, ਜਿਸ ਦੇ ਕਰਕੇ ਪੰਜਾਬ ਕਾਂਗਰਸ ਲਈ 2024 ਤੋਂ ਪਹਿਲਾਂ ਕਾਂਗਰਸ ਪਾਰਟੀ ਛੱਡ ਰਹੇ ਲੀਡਰ ਇੱਕ ਵੱਡੀ ਚੁਣੌਤੀ ਬਣ ਗਈ ਹੈ।
ਜੇਕਰ ਗੱਲ ਕੀਤੀ ਜਾਵੇ ਹਰਿਆਣਾ ਦੇ ਖੇਡ ਮੰਤਰੀ ਸੰਦੀਪ ਸਿੰਘ ਦੀ, ਤਾਂ ਉਹ ਵਿਵਾਦਾਂ ਦੇ ਵਿੱਚ ਘਿਰਦੇ ਹੋਏ ਦਿਖਾਈ ਦਿੱਤੇ ਨੇ, ਕਿਉਂਕਿ ਇੱਕ ਕੋਚ ਦੇ ਵੱਲੋਂ ਉਹਨਾਂ ਦੇ ਉੱਤੇ ਜਿਹੜਾ ਛੇੜਛਾੜ ਦੇ ਇਲਜ਼ਾਮ ਲਗਾਏ ਗਏ ਨੇ। ਉਹਨਾਂ ਦਾ ਕਹਿਣਾ ਹੈ ਕਿ ਘਰ ਬੁਲਾ ਕੇ ਖੇਡ ਮੰਤਰੀ ਦੇ ਵੱਲੋਂ ਮੇਰੇ ਨਾਲ ਜਿਹੜੀ ਉਹ ਬਦਤਮੀਜ਼ੀ ਕੀਤੀ ਗਈ ਆ, ਜਿਸ ਨੂੰ ਲੈ ਕੇ ਲਗਾਤਾਰ ਜਿਹੜਾ ਉਹਨਾਂ ਦਾ ਵਿਰੋਧ ਕੀਤਾ ਜਾ ਰਿਹਾ। ਤੇ ਉਧਰ ਸੰਦੀਪ ਨੇ ਆਪਣੇ ਤੇ ਲੱਗੇ ਜਿਹੜੇ ਇਹ ਇਲਜ਼ਾਮ ਨੇ ਉਹਨਾਂ ਨੂੰ ਸਿਰੇ ਤੋਂ ਨਕਾਰਿਆ। ਉਹਨਾਂ ਦਾ ਕਹਿਣਾ ਹੈ ਕਿ ਇਹ ਵਿਰੋਧੀ ਪਾਰਟੀਆਂ ਦੀਆਂ ਚਾਲਾਂ ਨੇ। ਹਰਿਆਣਾ ਦੇ ਖੇਡ ਮੰਤਰੀ ਅਤੇ ਸਾਬਕਾ ਖਿਡਾਰੀ ਸੰਦੀਪ ਸਿੰਘ ਵਿਵਾਦਾਂ ਦੇ ਵਿੱਚ ਘਿਰ ਚੁੱਕੇ ਨੇ, ਕਿਉਂਕਿ ਹਰਿਆਣਾ ਦੇ ਵਿੱਚ ਨਿਯੁਕਤ ਰਾਸ਼ਟਰੀ ਐਥਲੀਟ ਅਤੇ ਜੂਨੀਅਰ ਕੋਚ ਨੇ ਸੰਦੀਪ ਸਿੰਘ ਤੇ ਦੋਸ਼ ਲਗਾਉਂਦੇ ਹੋਏ ਕਿਹਾ ਹੈ ਕਿ ਖੇਡ ਮੰਤਰੀ ਨੇ ਉਸ ਨੂੰ ਆਪਣੇ ਘਰ ਬੁਲਾ ਕੇ ਛੇੜਛਾੜ ਕੀਤੀ ਹੈ। ਖੇਡ ਮੰਤਰੀ ਸੰਦੀਪ ਸਿੰਘ ਨੇ ਉਸ ਨੂੰ ਕਿਹਾ ਕਿ ਜੇਕਰ ਤੁਸੀਂ ਮੇਰੀ ਗੱਲ ਮੰਨੋਗੇ ਤਾਂ ਤੁਹਾਨੂੰ ਸਾਰੀਆਂ ਸਹੂਲਤਾਵਾਂ ਅਤੇ ਲੋੜੀਂਦੀ ਜਗ੍ਹਾ ਤੇ ਤਾਇਨਾਤੀ ਮਿਲੇਗੀ। ਕੋਚ ਨੇ ਦੋਸ਼ ਲਗਾਇਆ ਕਿ ਜਦੋਂ ਮੈਂ ਮੰਤਰੀ ਸੰਦੀਪ ਸਿੰਘ ਦੀ ਗੱਲ ਨਹੀਂ ਸੁਣੀ ਤਾਂ ਉਸ ਦਾ ਤਬਾਦਲਾ ਕਰ ਦਿੱਤਾ ਗਿਆ ਅਤੇ ਸਿਖਲਾਈ ਵੀ बंद कर दी गई। मैं स्टेडियम गई सिग्नेचर करने, तो मुझे बोला गया है कि आपकी ट्रांसफ़र यहाँ से झज्जर डिस्ट्रिक्ट कर दी गई है, जो कि वहाँ पे एक 100 मीटर का ग्राउंड तक नहीं है, ना 200 मीटर का ग्राउंड है। तो सर मैं 400 मीटर नेशनल रनर, मैं अभी मेरे कंपटीशन आ रहे हैं, मैंने इंजरी से कम बैक किया है, तो मैं वहाँ कैसे ट्रेनिंग कर सकती हूँ। तो मैंने काफ़ी कोशिश की, लेकिन कल भी मैं इनसे मिलने गई संदीप सर से, क्योंकि ये इधर उधर से काफ़ी मैसेजेस करा रहे। कल भी उन्होंने मुझे इतनी सब चीज़ें बोली हैं कि देखो तुम बात नहीं सुनोगी, अब तो हमने बहुत हाई हेड कोचेस हायर किए हैं जो कि तुम डिजर्विंग नहीं करती, और तुम झज्जर में घास खोद दो आराम से। इन्होंने मेरे साथ वही बातें की इनडायरेक्टली, क्योंकि इनके स्टाफ के 2 मेंबर भी वहाँ खड़े थे। तो कल भी मैं काफ़ी प्रेशराइज रही। कुल मिला के इन्होंने मुझे काफ़ी टाइम से, ये 4-5 महीने मैं बहुत मेंटली डिस्टर्ब चल रही हूँ, और मैंने हर एफर्ट्स किए हैं। मैंने सीएम सर से कल भी मैंने कोशिश की, आज भी मैंने उन्हें फ़ोन किया है। कल होम मिनिस्टर सर के घर में 3 घंटे अम्बाला खड़ी रही। पिछले 15 दिन से मैं कोशिश कर रही हूँ उनसे, अनिल वी सर से बात करने की, बट सब मेरा मुद्दा सुनते हैं, सर की नॉलेज में डालते हैं, लेकिन कोई एक्शन नहीं लेता। उल्टा मुझे कहाँ से धमकियाँ आ रही हैं कि तुम पंगे लोगी तो तुम मरवा दी जाओगी। सर मेरे पास खोने के लिए अब इतना कुछ नहीं है, क्योंकि सब कुछ लगा दिया मैंने बचपन से एथलेटिक्स में, और अब जाके एक ही चीज़ सुनने को मिल रही है कि या तो तुमने बात नहीं सुनी, तो तुम तो बदतमीज़ लड़की हो, तुम जवाब दे रही हो। मेरी कोई भी हेल्प नहीं कर रहा है, और अनफॉर्चुनेटली मैंने कर लिया जितना कोशिश मैं कर सकती थी, बट सिवाय मेंटली डिस्टर्ब के अब इन्होंने कल मेरे ट्रांसफ़र ऑर्डर दे दिए हैं, जबकि बोल रहे हैं जो करना है कर लो, ट्रांसफ़र तुम्हारी नहीं होएगी और तुम वहीं जाओ जहाँ पे तुम डिज़र्व करती हो, मैं तुम्हारी कोई हेल्प नहीं करूँगा। जबकि हम सर OSP से लिए गए हैं, आउटस्टैंडिंग स्पोर्ट्स पर्सन, जो कि गवर्नमेंट की पुरानी पॉलिसी को चेंज करके अभी रिसेंटली नई पॉलिसी से हम लोग इन्होंने लिए हैं, और उसमें साफ साफ मेंशन है कि जो स्पोर्ट्स पर्सन ट्रेनिंग करना चाहता है वो अभी कोचिंग देने की ज़रूरत नहीं है, जब तक वो खुद परफॉर्म कर रहा है, गेम कर रहा है। बट सर ये अपनी खुद की बनाई हुई पॉलिसी पे भी काम नहीं कर रहे हैं, और हर वो कोशिश की है इन्होंने मुझे मेंटली टॉर्चर करने की। लेकिन सर ज़रूरी नहीं है कि अगर वो और लड़कियों के एग्जाम्पल देते हैं और बोलते हैं कि वो ऐसे कर, सर हर लड़की तो एक जैसी नहीं है ना। जब मैंने ना कर दिया, ना मतलब ना। ਉੱਥੇ ਦੂਜੇ ਪਾਸੇ ਆਪਣੇ ਤੇ ਲੱਗੇ ਦੋਸ਼ਾਂ ਤੇ ਹਰਿਆਣਾ ਦੇ ਖੇਡ ਮੰਤਰੀ ਸੰਦੀਪ ਸਿੰਘ ਨੇ ਕਿਹਾ ਕਿ ਅੱਜ ਜੂਨੀਅਰ ਕੋਚ ਨੇ ਮੇਰੇ ਤੇ ਬੇਬੁਨਿਆਦ ਦੋਸ਼ ਲਗਾਏ ਨੇ। ਇਹ ਦੋਸ਼ ਇੱਕ ਸਿਆਸੀ ਪਾਰਟੀ ਦੇ ਦਫ਼ਤਰ ਤੋਂ ਲਗਾਈ ਗਈ ਹੈ। ਮੈਨੂੰ ਅਫਸੋਸ ਹੈ ਕਿ ਮੈਂ ਖਿਡਾਰੀਆਂ ਦੀ ਮਦਦ ਕਰਨ ਦੀ ਕੋਸ਼ਿਸ਼ ਕਰਦਾ ਹਾਂ, ਪਰ ਹੁਣ ਮੇਰੇ ਤੇ ਅਜਿਹੇ ਦੋਸ਼ ਲਗਾਏ ਜਾ ਰਹੀ ਹੈ। ਇਹ ਸਿਆਸੀ ਵੀ ਹੈ, ਕਿਉਂਕਿ ਜਦੋਂ ਤੋਂ ਮੈਂ ਖੇਡ ਮੰਤਰੀ ਬਣਿਆ ਹਾਂ, ਹਰਿਆਣਾ ਖੇਡਾਂ ਦੇ ਵਿੱਚ ਬਹੁਤ ਤਰੱਕੀ ਕਰ ਰਹੀ ਹੈ। ਮੈਂ ਖੁਦ ਇਸ ਦੀ ਨਿਰਪੱਖ ਜਾਂਚ ਕਰਾਵਾਂਗਾ। हमारे विभाग की जूनियर कोच शिक्षा डागर नाम की एक जूनियर कोच ने बड़ा बेसलेस और किसका आधार नहीं होता, उस आधार को बनाकर दिखाकर एक राजनीतिक दल के ऑफिस से एक प्रेस जो है वो की है। और मुझे बड़ा दुख हो रहा है कि यार मैं एक खिलाड़ी होने के नाते, खिलाड़ियों की हेल्प करने के नाते उसका ये मतलब देखने को मिला कि लोग जो हेल्प करते हैं लोगों की, उनके बारे में ऐसे सुनने को मिले जिसका कोई आधार ना हो। जो भी चीज़ें मैंने सुनी आप लोगों के मीडिया के माध्यम से, मुझे लगता है कि उसके बारे में मुझे सिर्फ इतना कहना चाहिए कि खिलाड़ियों को सपोर्ट करना, खिलाड़ियों के बारे में आगे बढ़ाना उनको, मुझे लगता है कि ये मेरी भूल तो नहीं कह सकते, लेकिन ये उनको डाइजेस्ट नहीं हुआ फर्स्टली। सेकेंडली
ये राजनीतिक चीज़ें हैं, हो सकता है विपक्ष जो है इस चीज़ को किसी और रूप को लेके जाने की कोशिश कर रहा हो, क्योंकि आप देख लीजिए कॉमनवेल्थ गेम्स हो, ओलंपिक गेम्स हो, खेलो इंडिया हो, कोई भी गेम्स हो, उसमें हरियाणा जो है और हरियाणा के खिलाड़ी जो हैं बहुत आगे कर रहे हैं। और जब से मैंने खेल मंत्री के रूप में ये संभाला है तो दिन प्रतिदिन हरियाणा बेहतर कर रहा है। और इस मामले में मैं ये कहना चाहूँगा कि एक तो निष्पक्ष जांच होनी चाहिए, और जांच मैं करवाऊँगा भी, क्योंकि मेरी छवि को ख़राब किया गया है। मैं बहुत छोटी एज में ओलंपिक्स खेला, बहुत छोटी एज में हिंदुस्तान का कप्तान भी बना, बहुत छोटी एज में मैंने बहुत से रिकॉर्ड बनाए, और छोटी एज में विधायक बना, एज राजनीति के अंदर मंत्री बना। यहाँ पर भी आप लोगों के माध्यम से आपने तो दिन रात देखा है कि किस तरीके से खेल को भी और अपने हलके को भी और अपने एरिए को कैसे बढ़ा रहा हूँ। लेकिन मेरी इस चीज़ को किसी को हजम नहीं हुई, और जो भी वो जूनियर कोच हैं, खिलाड़ी रहे हैं, खिलाड़ी के रूप में उनकी मैंने बहुत बार मदद भी की है। ਇੱਥੇ ਦੱਸ ਦਈਏ ਕਿ ਇਸ ਮੁੱਦੇ ਤੋਂ ਬਾਅਦ ਹੁਣ ਵਿਰੋਧੀ ਪਾਰਟੀਆਂ ਦੇ ਵੱਲੋਂ ਸੰਦੀਪ ਸਿੰਘ ਨੂੰ ਖੇਡ ਮੰਤਰੀ ਦੇ ਅਹੁਦੇ ਤੋਂ ਬਰਖਾਸਤ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਹੁਣ ਵੇਖਣਾ ਹੋਵੇਗਾ ਕਿ ਇਸ ਮਾਮਲੇ ਦੀ ਨਿਰਪੱਖ ਜਾਂਚ ਦੇ ਵਿੱਚ ਕੀ ਕੁਝ ਸਾਹਮਣੇ ਆਉਂਦਾ ਹੈ। ਹੁਣ ਸਮਾਂ ਹੋ ਚੱਲਿਆ ਛੋਟੇ ਜਿਹੇ ਬ੍ਰੇਕ ਦਾ, ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਕੀ ਹੁੰਦੀ ਹੈ ਜਮਾਬੰਦੀ, ਕਿਵੇਂ ਬਣਦੀ ਹੈ ਵਸੀਅਤ, ਜ਼ਮੀਨ ਜਾਇਦਾਦ ਦੇ ਹਰ ਮਸਲੇ ਤੇ ਕਰਾਂਗੇ ਚਰਚਾ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ naibtehsildar.com। ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ। ਵੱਧਦੇ ਹਾਂ ਅਗਲੀਆਂ ਖਬਰਾਂ ਦੇ ਵੱਲ। ਰਾਹੁਲ ਗਾਂਧੀ ਦੇ ਵੱਲੋਂ ਭਾਰਤ ਜੋੜੋ ਯਾਤਰਾ ਕੱਢੀ ਜਾ ਰਹੀ ਹੈ, ਜਿਸ ਨੂੰ ਲੈ ਕੇ ਪੰਜਾਬ ਕਾਂਗਰਸ ਦੇ ਆਗੂ ਅਸ਼ਮਨੀ ਸ਼ੇਖੜੀ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਉਹ ਬੀਜੇਪੀ ਦੇ ਵਾਂਗੂ ਜਿਹੜਾ ਭਾਰਤ ਜੋੜੋ ਯਾਤਰਾ ਜਿਹੜਾ ਵਿਰੋਧ ਕਰ ਰਹੀ ਹੈ ਤੇ ਭਾਰਤ ਆਉਣ ਦੇ ਵਿੱਚ ਜਿਹੜੀਆਂ ਕਈ ਤਰ੍ਹਾਂ ਦੀਆਂ ਰੁਕਾਵਟਾਂ ਖੜੀਆਂ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਕਾਂਗਰਸ ਦੇ ਵੱਲੋਂ ਰਾਹੁਲ ਗਾਂਧੀ ਦੀ ਅਗਵਾਈ ਵਿੱਚ ਕੱਢੀ ਜਾ ਰਹੀ ਭਾਰਤ ਜੋੜੋ ਯਾਤਰਾ ਦਾ ਪੰਜਾਬ ਦੇ ਵਿੱਚ ਪਹੁੰਚਣ ਤੇ ਸਵਾਗਤ ਕਰਨ ਲਈ ਪੰਜਾਬ ਕਾਂਗਰਸ ਤਿਆਰ ਬਰ ਤਿਆਰ ਹੈ। ਪਰ ਕਾਂਗਰਸੀ ਸੀਨੀਅਰ ਲੀਡਰ ਅਸ਼ਵਨੀ ਸੇਖੜੀ ਨੇ ਪੰਜਾਬ ਸਰਕਾਰ ਤੇ ਵੱਡੇ ਇਲਜ਼ਾਮ ਲਗਾਏ ਨੇ। ਉਹਨਾਂ ਕਿਹਾ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਇਸ ਯਾਤਰਾ ਨੂੰ ਬੀਜੇਪੀ ਵਾਂਗ ਰੋਕਣ ਦੀ ਕੋਸ਼ਿਸ਼ ਕਰ ਰਹੀ ਹੈ ਤਾਂ ਕਿ ਇਹ ਯਾਤਰਾ ਪੰਜਾਬ ਦੇ ਵਿੱਚ ਪਹੁੰਚ ਨਾ ਸਕੇ। ਜਦੋਂ ਇਹ ਯਾਤਰਾ ਸਟਾਰਟ ਹੋਈ, ਉਹਨਾਂ ਨੂੰ ਉਮੀਦ ਨਹੀਂ ਸੀ ਵੀ ਇਹ ਯਾਤਰਾ ਇੰਨੀ ਕਾਮਯਾਬ ਹੋ ਜਾਊਗੀ। ਇਹ ਯਾਤਰਾ ਨੂੰ ਉਹਨਾਂ ਨੇ ਰੋਕਣ ਵਾਸਤੇ ਬਹੁਤ ਉਪਰਾਲੇ ਕੀਤੇ ਤੇ ਉਹ ਘਬਰਾ ਵੀ ਰਹੇ ਆ। ਹੁਣ ਪਿਛਲੇ ਦਿਨੀ ਕੋਵਿਡ ਦਾ ਇੱਕ ਬਹੁਤ ਵੱਡਾ ਮੁਹਿੰਮ ਜੀ ਚਲਾਈ ਹੈ ਵੀ ਸ਼ਾਇਦ ਇਹ ਯਾਤਰਾ ਰੋਕ ਦੇਣ। ਉਹ ਜੋ ਸਾਡੇ ਪੰਜਾਬ ਦੇ ਵਿੱਚ ਆਪ ਦੀ ਸਰਕਾਰ ਹੈ, ਉਹਨੇ ਬੜੇ ਵੱਡੇ ਉਪਰਾਲੇ ਕੀਤੇ ਆ ਵੀ ਪੰਜਾਬ ਦੇ ਵਿੱਚ ਕੋਈ ਐਸਾ ਮਾਹੌਲ ਪੈਦਾ ਕਰ ਲਈਏ ਵੀ ਇਹ ਯਾਤਰਾ ਪੰਜਾਬ 'ਚ ਨਾ ਆਵੇ। ਪਰੰਤੂ ਮੈਨੂੰ ਇਹ ਮਾਣ ਨਾਲ ਕਹਿਣਾ ਪੈਂਦਾ ਹੈ ਕਿ ਪਿਛਲੀ ਕਾਫੀ ਲੰਮੇ ਸਮੇਂ ਤੋਂ ਲਗਭਗ 110 ਦਿਨਾਂ ਤੋਂ ਸ਼੍ਰੀ ਰਾਹੁਲ ਗਾਂਧੀ ਜੀ ਪੈਦਲ ਯਾਤਰਾ ਕਰ ਰਹੇ ਨੇ, ਔਰ ਉਹ ਯਾਤਰਾ 10 ਤਰੀਕ ਨੂੰ ਮੈਂ ਸਮਝਦਾ ਪੰਜਾਬ ਦੇ ਵਿੱਚ ਐਂਟਰ ਕਰੂਗੀ ਸ਼ੰਭੂ ਬਾਰਡਰ ਤੋਂ। ਔਰ ਸਾਡੀਆਂ ਜੋ ਪੰਜਾਬ ਦੇ ਵਿੱਚ ਸਾਡਾ ਜੋ ਫਰੀਦਕੋਟ ਡਿਸਟ੍ਰਿਕਟ ਹੈ, ਉਹਦੇ ਮੁਤਲਕ ਜੋ ਸਾਡੀਆਂ ਡਿਊਟੀਆਂ ਲਗਾਈਆਂ ਨੇ, ਇੱਕ ਸਾਡੇ ਆਇਡੈਂਟੀ ਕਾਰਡ ਬਣਨਗੇ ਜਿਹੜੇ ਪੰਜ ਉਸ ਯਾਤਰਾ ਦੇ ਵਿੱਚ ਸ਼ਾਮਲ ਹੋਣਗੇ। ਕਿਉਂਕਿ ਤੁਹਾਨੂੰ ਪਤਾ ਹੈ ਜਿਹੜੀ ਇਹ ਯਾਤਰਾ ਹੈ, ਇਹ ਸੁਰੱਖਿਆ ਦੇ ਸੰਬੰਧ ਦੇ ਵਿੱਚ ਵੀ ਇੱਕ ਬਹੁਤ ਵੱਡੀ ਉਹਦੇ ਵਿੱਚ ਜ਼ਰੂਰੀ ਹੈ ਇਹ ਵੀ ਉਹਨਾਂ ਦੇ ਆਈ ਕਾਰਡ ਬਣਨ। ਔਰ ਮੈਨੂੰ ਪੂਰਨ ਉਮੀਦ ਹੈ ਜੋ ਜਿਹੜੀ ਯਾਤਰਾ ਹੈ ਰਾਹੁਲ ਜੀ ਦੀ, ਇਹ ਪੂਰਨ ਤੌਰ 'ਤੇ ਸਫਲ ਹੋਊਗੀ। ਹੁਣ ਆਉਣ ਵਾਲੇ ਸਮੇਂ ਦੇ ਵਿੱਚ ਜੋ ਇਹਨਾਂ ਨੇ ਬੀਜੇਪੀ ਨੇ ਇੱਕ ਨਫ਼ਰਤ ਦੀ ਆਂਦੀ ਜੋ ਹਿੰਦੁਸਤਾਨ ਦੇ ਵਿੱਚ ਫੈਲਾ ਰੱਖੀ ਹੈ, ਉਹ ਤੋਂ ਛੁਟਕਾਰਾ ਮਿਲੂਗਾ। ਜ਼ਿਕਰਯੋਗ ਹੈ ਕਿ ਇਹ ਯਾਤਰਾ ਪੰਜਾਬ ਦੇ ਵਿੱਚ ਪਹੁੰਚਣ ਤੋਂ ਪਹਿਲਾਂ ਕਾਂਗਰਸ ਦੇ ਲਈ ਇੱਕ ਵੱਡਾ ਸਵਾਲ ਜ਼ਰੂਰ ਬਣ ਗਿਆ ਕਿ ਇਹ ਯਾਤਰਾ ਪੰਜਾਬ ਦੀ ਕਾਂਗਰਸੀ ਲੀਡਰਸ਼ਿਪ ਨੂੰ ਜੋੜਨ ਦੇ ਵਿੱਚ ਕਾਮਯਾਬ ਹੋਵੇਗੀ ਜਾਂ ਫਿਰ ਨਹੀਂ, ਕਿਉਂਕਿ ਹਾਲੇ ਵੀ ਕਾਂਗਰਸ ਦੇ ਵਿੱਚ ਵੱਡੇ ਪੱਧਰ ਤੇ ਅੰਦਰੂਨੀ ਖਿੱਚੋਤਾਣ ਸਾਹਮਣੇ ਆ ਰਿਹਾ ਹੈ। ਪੰਜਾਬ ਵਿਜੀਲੈਂਸ ਬਿਊਰੋ ਦੇ ਵੱਲੋਂ ਕਥਿਤ ਤੌਰ ਤੇ ਵੱਖੋ ਵੱਖਰੇ ਚੈੱਕਾਂ ਦੇ ਰਾਹੀਂ 1 ਕਰੋੜ ਦੇ ਰਿਸ਼ਵਤ ਲੈਣ ਦੇ ਪੰਜਾਬ ਪੁਲਿਸ ਦੇ ਅਧਿਕਾਰੀ ਉੱਤੇ ਇਲਜ਼ਾਮ ਲੱਗੇ ਨੇ, ਜਿਨ੍ਹਾਂ ਦਾ ਨਾਮ ਆਸ਼ੀਸ਼ ਕਪੂਰ ਹੈ ਤੇ ਉਹਨਾਂ ਦੇ ਖਿਲਾਫ ਸ਼ਿਕਾਇਤ ਕਰਨ ਵਾਲੀ ਔਰਤ ਦੀ ਸੁਣਵਾਈ ਅੱਜ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਕੋਲੇ ਜਿਹੜੀ ਹੋਈ ਹੈ। ਉਹਨਾਂ ਨੇ ਬਨਵਾਰੀ ਲਾਲ ਪੁਰੋਹਿਤ ਨੂੰ ਮਿਲਣ ਤੋਂ ਬਾਅਦ ਕਿਹਾ ਹੈ ਕਿ ਉਹਨਾਂ ਦੀ ਕੋਈ ਵੀ ਸੁਣਵਾਈ ਜਿਹੜੀ ਆ ਉਹ ਕਿਸੇ ਵੀ ਥਾਂ ਤੇ ਨਹੀਂ ਹੋਈ ਤੇ ਇਸ ਦੇ ਨਾਲ ਉਹਨਾਂ ਨੇ ਬਨਵਾਰੀ ਲਾਲ ਪੁਰੋਹਿਤ ਦੀ ਵਡਿਆਈ ਵੀ ਕੀਤੀ ਹੈ।
ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਕਥਿਤ ਤੌਰ ਤੇ ਵੱਖ-ਵੱਖ ਚੈੱਕਾਂ ਰਾਹੀਂ 1 ਕਰੋੜ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਹੇਠ ਗ੍ਰਿਫਤਾਰ ਕੀਤੇ ਗਏ ਪੰਜਾਬ ਪੁਲਿਸ ਦੇ AIG ਆਸ਼ੀਸ਼ ਕਪੂਰ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ। ਦੱਸ ਦਈਏ ਕਿ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਉਸ ਬੀਬੀ ਨੂੰ ਸੁਣਵਾਈ ਲਈ ਬੁਲਾਇਆ ਜਿਸ ਨੇ ਆਸ਼ੀਸ਼ ਕਪੂਰ ਦੇ ਖਿਲਾਫ 1 ਕਰੋੜ ਰੁਪਏ ਲੈਣ ਦੇ ਨਾਲ-ਨਾਲ ਪੁਲਿਸ ਹਿਰਾਸਤ ਵਿੱਚ ਰੇਪ ਅਤੇ ਧੋਖਾਦੇਹੀ ਦੀ ਸ਼ਿਕਾਇਤ ਕੀਤੀ ਸੀ। गवर्नर सर को केस के बारे में पता था, उन्होंने सुओ मोटो लिया था इस केस के लिए। जब मुझे पता चला कि सर ने CM को लिखा है मेरे केस के बारे में, तो मैंने सर को एक मेल किया कि सर मैं आपसे मिलना चाहती हूँ। तो सर ने मुझे एक ही मेल पे टाइम दे दिया, जबकि मैं गवर्नमेंट को लास्ट वीक हर बार मेल कर रही हूँ कि सर मेरे को सुना जाए, सर मेरे को सुना जाए, सर मेरे को कोई टाइम नहीं दे रहे थे। तो सर ने मुझे बोला है, उन्होंने मुझे अश्योरेंस दी है कि वो इस केस के आगे प्रोसीड करेंगे और उन्होंने DGP सर को बोला है कि वो उनको लेटर लिखेंगे। सर कोर्ट में तो काफ़ी साल से गया हुआ है मामला। हमने कहा था क्योंकि पंजाब पुलिस पे तो अब हमें कोई भरोसा ही नहीं रहा है। कुंवर सर ने जो फाइंडिंग्स करी थी उसके बाद किसी ने भी नहीं उसको अच्छे से किया है। तो कोर्ट में तो चल रहा है, लेकिन गवर्नमेंट जब तक रिप्लाई नहीं देगी तो कोर्ट भी कोई आगे डायरेक्शन नहीं दे सकती। सर मैंने डिमांड करी है कि कस्टोडियल रेप का FIR होना चाहिए, वो बहुत इंपॉर्टेंट है, वरना तब तक इंसाफ नहीं मिलेगा। हाँ जी मैम, वो है सर, वो पोजीशन में है, AIG विजिलेंस हैं जो मनमोहन सर, उनकी पोजीशन में है। उन्होंने काम कर दिया, उन्होंने जब वो केस हुआ उन्होंने वो पोजीशन में ले ली, उनकी कस्टडी में आ गई है, लेकिन बाकी कोई और वो कुछ करना ही नहीं चाहते हैं। सर वो मेरी तरफ से कंप्लेन नहीं थी, वो मेरी मदर की तरफ से कंप्लेन थी, लेकिन विजिलेंस अपनी तरफ से बहुत अच्छा काम कर रही है सर 5 साल हो गए हैं धक्के खाते हुए। जब गवर्नर सर सुओ मोटो ले सकते हैं तो गवर्नमेंट क्यों नहीं कर रही है सर रिकॉर्डिंग्स आ गई है, सारे सबूत है, वो डे 1 से है। PCA ने अपनी फाइंडिंग्स में कहा है कि जो चौहान सर ने कहा था उनकी सारी गलत है, जो विजय सर की टीम ने किया वो सब सही था, उसके बाद भी इतना टाइम लग रहा है सर। ਲੱਗਦਾ ਵੀ ਆਸ਼ੀਸ਼ ਕਪੂਰ ਤੇ ਅਜੇ ਵੀ ਜਿਹੜੇ सर लग रहा है, बिल्कुल लग रहा है ਸੀਗੇ ਅਜੇ ਵੀ ਹੈਗੇ ਨੇ, ਉਹ ਤਾਂ ਕਰਕੇ ਦਬਾਅ ਹੈ ਜਿਹੜਾ सर, बिल्कुल है उनका अंदर जेल से बैठ के भी अगर उनका दबाव है, वरना तो FIR तो तभी होनी चाहिए। ये आज का केस नहीं है सर, 5 साल हो गए हैं, बिल्कुल दे रहे होंगे सर, वरना क्या इतना वो टाइम लग रहा है सर। अब मुझे बताइए, सारा का सारा प्रूफ है सर। अब तो पुलिस ने रिकॉर्डिंग भी आ गई है, जो मैं डे 1 से जेल से भी कह रही हूँ कि रिकॉर्डिंग बना रहे थे, मुझे टॉर्चर किया जा रहा है, मुझे मार रहा है, मुझे पीट रहा है, वो रिकॉर्डिंग आ चुकी है। मुझे नहीं पता क्या लग रहा है इस चीज़ के अंदर। ਜ਼ਿਕਰਯੋਗ ਹੈ ਕਿ ਇਸ ਕੇਸ ਬਾਰੇ ਰਾਜਪਾਲ ਪੰਜਾਬ ਬਨਵਾਰੀ ਲਾਲ ਪੁਰੋਹਿਤ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੂੰ ਇੱਕ ਖੱਤ ਵੀ ਲਿਖਿਆ ਸੀ ਅਤੇ ਕਿਹਾ ਸੀ ਕਿ ਕਾਰਵਾਈ ਕਿਉਂ ਨਹੀਂ ਹੋਈ। ਆਸ਼ੀਸ਼ ਕਪੂਰ ਨੂੰ ਵੱਖ-ਵੱਖ ਚੈੱਕਾਂ ਰਾਹੀਂ 1 ਕਰੋੜ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਹੇਠ ਪਹਿਲਾਂ ਹੀ ਗ੍ਰਿਫਤਾਰ ਕੀਤਾ ਜਾ ਚੁੱਕਿਆ ਹੈ ਅਤੇ ਉਹ ਇਸ ਵੇਲੇ ਜੇਲ੍ਹ ਵਿੱਚ ਕੈਦ ਨੇ। ਪੰਜਾਬ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਮੋਗਾ ਜ਼ਿਲ੍ਹਾ ਦੇ ਪਿੰਡ ਰੋਡਾ ਵਿਖੇ ਪਹੁੰਚੇ, ਜਿੱਥੇ ਉਹਨਾਂ ਨੇ UK ਦੇ ਰਹਿਣ ਵਾਲੇ ਪ੍ਰਵਾਸੀ ਪਰਿਵਾਰ ਦੇ ਨਾਲ ਜਿਹੜੀ ਗੱਲਬਾਤ ਕੀਤੀ ਹੈ। ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਅੰਦਰ ਪ੍ਰਵਾਸੀਆਂ ਦੇ ਕਈ ਤਰ੍ਹਾਂ ਦੇ ਜਿਹੜੀਆਂ ਜ਼ਮੀਨਾਂ ਉੱਤੇ ਕਬਜ਼ੇ ਕੀਤੇ ਜਾ ਰਹੇ ਨੇ, ਜਿਸ ਦੇ ਉੱਤੇ ਜਿਹੜਾ ਲਗਾਤਾਰ ਪੰਜਾਬ ਸਰਕਾਰ ਛਡਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਤੇ ਉਹਨਾਂ ਨੇ ਉਸ ਪਰਿਵਾਰ ਨੂੰ ਵੀ ਭਰੋਸਾ ਦਿਵਾਇਆ ਕਿ ਉਹਨਾਂ ਦੀ ਜ਼ਮੀਨ ਜਿਹੜੀ ਜਲਦ ਉਹ ਛਡਵਾਈ ਜਾਵੇਗੀ ਤੇ ਲਗਾਤਾਰ ਪ੍ਰਵਾਸੀਆਂ ਦੇ ਹੱਕ ਦੇ ਵਿੱਚ ਜਿਹੜੇ ਕੁਲਦੀਪ ਸਿੰਘ ਧਾਲੀਵਾਲ ਡਟਦੇ ਹੋਏ ਨਜ਼ਰ ਆ ਰਹੇ ਨੇ। ਪਿੰਡ ਰੋਡੇ ਦੇ UK ਵਸਦੇ ਪ੍ਰਵਾਸੀ ਪੰਜਾਬੀ ਪਰਿਵਾਰ ਨੂੰ ਹੁਣ ਆਸ ਬੱਝ ਗਈ ਹੈ ਕਿ ਉਹਨਾਂ ਦੀ ਨਾਜਾਇਜ਼ ਕਬਜ਼ੇ ਹੇਠ ਜ਼ਮੀਨ ਛੁਡਵਾ ਕੇ ਜਲਦ ਹੀ ਉਹਨਾਂ ਦੇ ਸਪੁਰਦ ਕੀਤੀ ਜਾਵੇਗੀ। ਇਸ ਮਾਮਲੇ ਦੇ ਵਿੱਚ ਅੱਜ ਪ੍ਰਵਾਸੀ ਪੰਜਾਬੀ ਮਾਮਲੇ ਵਿਭਾਗ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਪਿੰਡ ਰੋਡੇ ਪਹੁੰਚ ਕੇ ਪੀੜਿਤ ਪਰਿਵਾਰ ਨੂੰ ਭਰੋਸਾ ਦਿਵਾਇਆ ਹੈ ਕਿ ਇਸ ਮਾਮਲੇ ਦੇ ਵਿੱਚ ਪੰਜਾਬ ਸਰਕਾਰ ਹਰ ਸੰਭਵ ਕਾਨੂੰਨੀ ਚਾਰਾਜੋਈ ਕਰੇਗੀ। ਇਸ ਤੋਂ ਇਲਾਵਾ ਇਸ ਮਾਮਲੇ ਦੇ ਵਿੱਚ ਦੋਸ਼ੀ ਪਾਏ ਜਾਣ ਵਾਲੇ ਹਰੇਕ ਵਿਅਕਤੀ ਅਤੇ ਅਧਿਕਾਰੀ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਸਰਦਾਰ ਹਰਨਾਮ ਸਿੰਘ ਜੀ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ। ਆਪਣੀ ਜ਼ਮੀਨ ਦੇ ਹੌਕੇ ਦੇ ਵਿੱਚ ਤੁਸੀਂ ਤੇ ਅਸੀਂ ਸਭ ਜਾਣਦੇ ਹਾਂ ਕਿ ਜਿਹੜਾ ਕਿਸਾਨ ਹੁੰਦਾ ਉਹਦੀ ਆਪਣੀ ਜ਼ਮੀਨ ਨਾਲ ਕਿੰਨਾ ਪਿਆਰ ਹੁੰਦਾ। ਉਹ ਬਜ਼ੁਰਗ ਜਿਹੜਾ 2-2.5 ਸਾਲ ਇੱਥੇ ਧੱਕੇ ਖਾ ਕੇ ਜਦੋਂ ਉਹਦੀ ਜ਼ਮੀਨ ਇਸੇ ਪਿੰਡ ਦੇ ਇੱਕ ਬੰਦੇ ਨੇ, ਕਰਨੈਲ ਸਿੰਘ ਨਾਂ ਦੇ ਬੰਦੇ ਨੇ ਆਪਣੇ ਨਾਲ ਕਰਾਈ, ਤੇ ਉਹ ਬੰਦਾ ਧੱਕੇ ਖਾ ਕੇ ਸਰਕਾਰਾਂ ਦੇ ਦਰਵਾਜ਼ਿਆਂ ਦੇ ਉੱਤੇ, ਕਾਂਗਰਸ ਦੀ ਸਰਕਾਰ ਸੀਗੀ, ਪਹਿਲਾਂ ਕੈਪਟਨ ਅਮਰਿੰਦਰ ਸਿੰਘ ਜੀ ਮੁੱਖ ਮੰਤਰੀ ਸਨ, ਫਿਰ ਸਰਦਾਰ ਚਰਨਜੀਤ ਸਿੰਘ ਚੰਨੀ ਜੀ ਮੁੱਖ ਮੰਤਰੀ ਸਨ। ਔਰ ਮੈਂ ਧੰਨਵਾਦ ਕਰਦਾ UK ਦੇ ਵਿੱਚ
ਸਾਡੇ ਪੰਜਾਬੀਆਂ ਦਾ ਬਹੁਤ ਵੱਡਾ ਨਾਂ, ਬਹੁਤ ਵੱਡੇ ਮਾਨਯੋਗ ਮੈਂਬਰ ਪਾਰਲੀਮੈਂਟ ਧੰਨ ਮਨਜੀਤ ਸਿੰਘ ਜੀ ਢੇਸੀ, ਜਿਨ੍ਹਾਂ ਨੇ ਇਹ ਕੇਸ ਮੇਰੇ ਮਤਲਬ ਜਿਹੜਾ ਨਜ਼ਰ ਦੇ ਵਿੱਚ ਲਿਆਂਦਾ, ਮੈਨੂੰ ਈਮੇਲ ਕੀਤੀ, ਮਾਨ ਸਾਹਿਬ ਨੂੰ ਵੀ ਈਮੇਲ ਕੀਤੀ ਕਿ ਆਹ ਇੱਕ ਕੇਸ ਹੈ ਰੋਡੇ ਪਿੰਡ ਦਾ, ਆਹ ਬੰਦੇ ਇਹਨਾਂ ਵਿਚਾਰਿਆਂ ਦੀ 17.5 ਏਕੜ ਜ਼ਮੀਨ ਦੱਬੀ ਗਈ ਔਰ ਬਜ਼ੁਰਗ ਜਿਹੜਾ ਉਹ ਇਸੇ ਹੌਕੇ ਨਾਲ ਉਹਦੀ ਮੌਤ ਹੋ ਗਈ। ਔਰ ਮੈਨੂੰ ਜਦੋਂ ਪਤਾ ਲੱਗਾ ਤਾਂ 26 ਤਰੀਕ ਨੂੰ ਜਿਹੜੇ NRI ਸੰਮੇਲਨ ਕਰ ਰਹੇ ਹਨ, 26 ਤਰੀਕ ਨੂੰ ਮੋਗੇ ਦੇ ਵਿੱਚ ਪਹਿਲਾ ਕੇਸ ਮੈਂ ਇਹੀ ਲਾਇਆ। ਔਰ ਪਰ ਮੈਨੂੰ ਉਦੋਂ ਤੱਕ ਇਹ ਨਹੀਂ ਪਤਾ ਕਿ ਬਜ਼ੁਰਗਾਂ ਦੀ ਡੈਥ ਹੋ ਗਈ। ਉਹਨਾਂ ਨੇ ਜਦੋਂ ਵੀਡੀਓ ਵੇਖੀ ਤੇ ਰਾਤ ਮੈਨੂੰ ਕਾਲ ਕੀਤੀ ਕਿ ਜੀ ਬਜ਼ੁਰਗਾਂ ਦੀ ਤਾਂ ਡੈਥ ਹੋ ਗਈ। ਮੇਰਾ ਮਨ ਬਹੁਤ ਉਦਾਸ ਹੋਇਆ ਕਿ ਇਹ ਕੈਸੀ ਅਦਾਲਤ ਹੈ, ਕੈਸੀ ਵਕਾਲਤ ਹੈ, ਇਹ ਕੈਸੀ ਅਦਾਲਤ ਹੈ, ਕੈਸੀ ਵਕਾਲਤ ਹੈ ਇਨਸਾਫ ਲਈ। ਜਿਹੜਾ ਇੱਕ ਝੂਠਾ ਗਵਾਹ ਜਿਹੜਾ ਉਹ ਕਿੱਦਾਂ ਸਭ ਕੁਝ ਬਰਬਾਦ ਕਰ ਦਿੰਦਾ। ਉਹ ਸਰਕਾਰਾਂ ਕਿੱਦਾਂ ਜਿਹੜੀਆਂ ਸਰਕਾਰਾਂ ਦਾ ਪ੍ਰਬੰਧ ਜਿਹੜਾ ਉਹ ਕਿੱਦਾਂ ਲੋਕ ਇਨਸਾਫ ਲੈਣ ਲਈ ਤੜਫਦੇ ਆ। ਇਹ ਪੂਰੀ ਕਹਾਣੀ ਜਿਹੜੀ ਆ ਬਹੁਤ ਦਰਦਨਾਕ ਕਹਾਣੀ ਹੈ। ਮੈਂ ਉਹ ਜ਼ਮੀਨ ਦੇਖ ਕੇ ਆਇਆ, ਸੱਚੀ ਗੱਲ ਹੈ, ਪਰਮਾਤਮਾ ਇਦਾਂ ਕਿਸੇ ਨਾਲ ਨਾ ਕਰੇ। ਮੇਰਾ ਕਾਲਜਾ ਖਿੱਚਿਆ ਗਿਆ ਕਿ ਸਰਕਾਰ ਕਿੱਥੇ ਹੀ, ਗੌਰਮੈਂਟ ਕਿੱਥੇ ਹੀ ਕੈਪਟਨ ਅਮਰਿੰਦਰ ਸਿੰਘ, ਕਿੱਥੇ ਹੀ ਚਰਨਜੀਤ ਚੰਨੀ। ਔਰ ਢੇਸੀ ਸਾਹਿਬ ਨੇ ਕੈਪਟਨ ਅਮਰਿੰਦਰ ਸਿੰਘ ਜੀ ਦੇ ਨਾਲ ਫੋਨ ਤੇ ਗੱਲ ਕੀਤੀ, ਉਹਨਾਂ ਨੂੰ ਘੱਟੋ ਘੱਟ 1 ਦਰਜਨ ਵਾਰ ਈਮੇਲ ਕੀਤੀ ਕਿ ਕੈਪਟਨ ਸਾਹਿਬ ਤੁਹਾਡੇ ਰਾਜ ਦੇ ਵਿੱਚ ਦੇਖੋ ਕਿੱਡਾ ਵੱਡਾ ਧੱਕਾ ਹੋ ਰਿਹਾ। ਇੱਕ ਬਜ਼ੁਰਗ ਦੀ ਜ਼ਮੀਨ ਜਿਹੜੀ ਆ ਧੱਕੇ ਨਾਲ, ਗਲਤ ਪੇਪਰਾਂ ਦੇ ਨਾਲ ਬੰਦੇ ਨੇ ਆਪਣੇ ਨਾਲ ਕਰਾ ਲਈ ਹੈ। ਬੰਦਾ ਹੌਕੇ ਲੈ ਰਿਹਾ ਕਿ ਮੇਰੀ ਜ਼ਮੀਨ ਛਡਾਓ, ਦੋਵੇਂ ਜੀ ਹੌਕੇ ਲੈ ਰਹੇ। ਔਰ ਮੈਂ ਇਸੇ ਕਰਕੇ ਆਇਆ, ਔਰ ਮੈਂ ਇਸ ਪਿੰਡ ਦੇ ਵਿੱਚ ਆ ਕੇ ਦੁਨੀਆ ਭਰ ਦੇ NRIਆਂ ਨੂੰ ਇਹ ਗੱਲ ਕਹਿਣੀ ਚਾਹੁੰਦਾ ਕਿ ਠੀਕ ਹੈ, ਸਿਸਟਮ ਦੇ ਅੰਦਰ ਬਹੁਤ ਕਮਜ਼ੋਰੀਆਂ, ਸਿਸਟਮ ਬਹੁਤ ਖਰਾਬ ਹੋ ਚੁੱਕਾ। 75 ਸਾਲਾਂ ਬਾਅਦ ਤੁਹਾਡੀ ਸਰਕਾਰ ਆਈ ਹੈ, ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਆਈ ਹੈ। ਮਾਨ ਸਾਹਿਬ ਦੀ ਸਰਕਾਰ ਨੇ ਤਹਈਆ ਕੀਤਾ ਕਿ ਅਸੀਂ ਕਿਸੇ NRI ਦੀ ਜ਼ਮੀਨ ਜਾਇਦਾਦ ਕਿਸੇ ਨੂੰ ਦੱਬਣ ਨਹੀਂ ਦੇਵਾਂਗੇ। ਔਰ ਮੇਰੀ ਉਹਨਾਂ ਨੇ ਡਿਊਟੀ ਲਾਈ ਹੈ। ਮੈਂ ਰੋਡੇ ਪਿੰਡ ਦੇ ਵਿੱਚ ਖੜਾ ਹੋ ਕੇ ਕਹਿਣਾ ਚਾਹੁੰਦਾ ਕਿ ਮੈਂ ਤੇ ਸਾਡੀ ਸਰਕਾਰ ਇਸ ਜ਼ਮੀਨ ਨੂੰ ਛਡਾਵਾਂਗੇ। ਕਾਨੂੰਨੀ ਲੜਾਈ ਜਿੰਨੀ ਮਰਜ਼ੀ ਲੜਨੀ ਪਵੇ, ਜ਼ਮੀਨ ਜਿਹੜੀ ਹੈ ਇਹਦੇ ਤੇ ਕਬਜ਼ਾ ਨਹੀਂ ਹੋਣ ਦਿਆਂਗੇ, ਭਾਵੇਂ ਜੋ ਮਰਜ਼ੀ ਹੋ ਜੇ। ਦੱਸ ਦਈਏ ਕਿ ਪੀੜਤ ਪਰਿਵਾਰ ਆਪਣੀ ਜ਼ਮੀਨ ਛੁਡਵਾਉਣ ਦੇ ਲਈ ਪਿਛਲੀ ਸਰਕਾਰ ਦੌਰਾਨ ਦਰ-ਦਰ ਭਟਕਦਾ ਰਿਹਾ, ਪਰ ਉਸ ਦੀ ਬਾਂਹ ਕਿਸੇ ਨੇ ਨਾ ਫੜੀ। ਹੁਣ ਵੇਖਣਾ ਹੋਵੇਗਾ ਕਿ ਮਾਨ ਸਰਕਾਰ ਇਸ ਪਰਿਵਾਰ ਨੂੰ ਜ਼ਮੀਨ ਵਾਪਸ ਦਿਵਾਉਣ ਦੇ ਵਿੱਚ ਕਾਮਯਾਬ ਹੁੰਦੀ ਹੈ ਜਾਂ ਫਿਰ ਨਹੀਂ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਬਿਹਾਰ ਪਹੁੰਚੇ ਨੇ, ਜਿੱਥੇ ਉਹਨਾਂ ਨੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੇ ਨਾਲ ਜਿਹੜੀ ਗੱਲਬਾਤ ਕੀਤੀ ਹੈ ਤੇ ਕਈ ਮੁੱਦਿਆਂ ਤੇ ਚਰਚਾ ਵੀ ਕੀਤੀ ਤੇ ਉੱਥੇ ਉਹਨਾਂ ਨੇ ਪੰਜਾਬ ਦੇ ਕੁਝ ਪ੍ਰਵਾਸੀ ਨੇ ਜੋ ਬਿਹਾਰ ਦੇ ਵਿੱਚ ਰਹਿੰਦੇ ਨੇ, ਉਹਨਾਂ ਦੇ ਵੀ ਜਿਹੜੇ ਵੱਖੋ ਵੱਖਰੇ ਮੁੱਦੇ ਨੇ ਉਹਨਾਂ ਤੇ ਵੀ ਚਰਚਾ ਕੀਤੀ ਹੈ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਬਿਹਾਰ ਪਹੁੰਚੇ ਨੇ। ਉਹਨਾਂ ਵੱਲੋਂ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੇ ਨਾਲ ਇੱਕ ਮੀਟਿੰਗ ਕਰਕੇ ਵੱਖ-ਵੱਖ ਮਹੱਤਵਪੂਰਨ ਮੁੱਦਿਆਂ ਤੇ ਵਿਚਾਰ ਚਰਚਾ ਕੀਤੀ ਗਈ ਹੈ। ਸਪੀਕਰ ਸੰਧਵਾ ਨੇ ਆਪਣੇ ਫੇਸਬੁੱਕ ਪੇਜ ਤੇ ਇਹ ਜਾਣਕਾਰੀ ਸਾਂਝੀ ਕੀਤੀ। ਦੱਸ ਦਈਏ ਕਿ ਇਹ ਮੀਟਿੰਗ ਇੱਕ ਸ਼ਿਸ਼ਟਾਚਾਰ ਸੀ, ਜਿਸ ਵਿੱਚ ਸੰਧਵਾ ਨੇ ਬਿਹਾਰ ਵਿੱਚ ਵਸਦੇ ਪੰਜਾਬੀਆਂ ਦੇ ਵਿਭਿੰਨ ਮੁੱਦਿਆਂ ਬਾਰੇ ਨਿਤੀਸ਼ ਕੁਮਾਰ ਨਾਲ ਚਰਚਾ ਕੀਤੀ ਹੈ। ਇਸ ਤੋਂ ਇਲਾਵਾ ਦੋਵਾਂ ਆਗੂਆਂ ਨੇ ਖੇਤੀ, ਡੇਅਰੀ ਫਾਰਮਿੰਗ, ਸੱਭਿਆਚਾਰ, ਖੇਡਾਂ, ਵਿਗਿਆਨ, ਤਕਨਾਲੋਜੀ ਆਦਿ ਮੁੱਦਿਆਂ ਤੇ ਚਰਚਾ ਵੀ ਕੀਤੀ ਹੈ। ਮੀਟਿੰਗ ਤੋਂ ਬਾਅਦ ਸੰਧਵਾ ਨੇ ਦੱਸਿਆ ਕਿ ਉਹਨਾਂ ਦੀ ਨਿਤੀਸ਼ ਕੁਮਾਰ ਦੇ ਨਾਲ ਚਰਚਾ ਬਹੁਤ ਵਧੀਆ ਰਹੀ ਅਤੇ ਉਹਨਾਂ ਨੂੰ ਬਿਹਾਰ ਦੇ ਵਿੱਚ ਵਸਦੇ ਪੰਜਾਬੀਆਂ ਬਾਰੇ ਕਈ ਕੁਝ ਜਾਣਨ ਦਾ ਮੌਕਾ ਮਿਲਿਆ। ਇਸ ਤੋਂ ਇਲਾਵਾ ਪਟਨਾ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੇ, ਜਿੱਥੇ ਉਹਨਾਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਤੇ ਸ਼ਰਧਾਂਜਲੀ ਵੀ ਭੇਟ ਕੀਤੀ ਹੈ। ਉਹਨਾਂ ਨੇ ਚੰਗੇ ਜੀਵਨ ਦੇ ਨਿਰਮਾਣ ਵਾਸਤੇ ਲੋਕਾਂ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਸਿੱਖਿਆਵਾਂ ਤੇ ਚੱਲਣ ਦਾ ਵੀ ਸੱਦਾ ਦਿੱਤਾ ਹੈ। ਜਾਂਦੇ ਜਾਂਦੇ ਇੱਕ ਨਜ਼ਰ ਮਾਰਦੇ ਹਾਂ ਅੱਜ ਦੀਆਂ ਸੁਰਖੀਆਂ ਤੇ। ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਾਤਾ ਹੀਰਾਬੇਨ ਦਾ ਹੋਇਆ ਦੇਹਾਂਤ। ਕਾਫੀ ਲੰਮੇ ਸਮੇਂ ਤੋਂ ਹੀਰਾਬੇਨ ਸੀ ਬਿਮਾਰ। ਭਾਰਤ ਜੋੜੋ ਯਾਤਰਾ ਨੂੰ ਪੰਜਾਬ ਅੰਦਰ ਆਉਣ ਤੋਂ ਪਹਿਲਾਂ ਇੱਕ ਵੱਡਾ ਝਟਕਾ ਲੱਗਿਆ ਹੈ। ਕਾਂਗਰਸ ਦੇ ਸੀਨੀਅਰ ਆਗੂ ਪਰਮਜੀਤ ਸਿੰਘ ਆਪਣੇ ਸਾਥੀਆਂ ਦੇ ਸਮੇਤ ਬੀਜੇਪੀ ਦੇ ਵਿੱਚ ਸ਼ਾਮਲ ਹੋ ਗਏ ਨੇ। ਵਿਵਾਦਾਂ ਦੇ ਵਿੱਚ ਘਿਰੇ ਹਰਿਆਣਾ ਦੇ ਸਿਹਤ ਮੰਤਰੀ ਸੰਦੀਪ ਸਿੰਘ ਔਰਤ ਨੇ ਛੇੜਛਾੜ ਦੇ ਲਗਾਏ ਇਲਜ਼ਾਮ।
ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਬਿਹਾਰ ਪਹੁੰਚੇ ਨੇ। ਉੱਥੇ ਉਹਨਾਂ ਨੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੇ ਨਾਲ ਮੁਲਾਕਾਤ ਕੀਤੀ ਹੈ ਤੇ ਕਈ ਤਰ੍ਹਾਂ ਦੇ ਮੁੱਦਿਆਂ 'ਤੇ ਚਰਚਾ ਵੀ ਕੀਤੀ ਹੈ। ਅੱਜ ਦੇ ਬੁਲਟਨ ਦੇ ਵਿੱਚ ਇੰਨਾ ਹੀ। ਕੱਲ੍ਹ ਫੇਰ ਮਿਲਦੇ ਹਾਂ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ। ਸਾਨੂੰ ਦਿਓ ਇਜਾਜ਼ਤ। ਧੰਨਵਾਦ।